बिस्मिल्लाहिर्रहमानिर्रहीम। सारियां तरीफां उस रब्बे कायनात जिहड़ा खालक है, मालिक है, राज़िक है। चाहे ते कतरिन समुंदर बना दे, चाहे ते समुंदर नू खाक बना के रख दे। दरवेशां नू चुक के बादशाहियां अता कर दे ते बादशाहियां नू फकीरी दे देवे। और लाखों दरूदो सलाम मेरे आका व मौला हज़रत मुहम्मद मुस्तफा सल्लल्लाहु अलैहि वसल्लम दी ज़ाते पाक ते कि कल यौमे मैशर जिन्हां दे हत्थों मैं उम्मीद लाई बैठा कि ਉਹਦੇ ਕੋਸਰ ਤੋਂ ਜਾਮ ਪੀਆਂਗਾ, ਉਹਨਾਂ ਦੀ ਸਿਫਾਰਿਸ਼ ਨਾਲ ਜੰਨਤ 'ਚ ਜਾਵਾਂਗਾ। ਅੱਜ ਮੈਂ ਕੁਝ ਜਨਾਬ ਦੋ ਚਾਰ ਗੱਲਾਂ ਆਪਣੇ ਇਲਾਕੇ ਦੇ ਹਵਾਲੇ ਨਾਲ, ਕਿਉਂਕਿ ਬੜੇ ਅਜ਼ੀਜ਼ਾਂ ਦੇ ਮੈਸੇਜ ਆਉਂਦੇ ਨੇ, ਫੋਨ ਆਉਂਦੇ ਨੇ ਕਿ ਬਾਬਾ ਜੀ ਪੰਜਾਬੀ 'ਚ ਗੱਲ ਕੀ ਕਰੋ, ਤੇ ਮੈਂ ਅੱਜ ਪੰਜਾਬੀ 'ਚ ਗੱਲ ਕਰ ਰਿਹਾ। ਇੱਕ ਮੈਂ ਵਜ਼ਾਹਤ ਕਰ ਦਿਆਂ ਕਿ ਇਸ ਵੇਲੇ ਚੁੱਕਿਆ ਇਲੈਕਸ਼ਨ ਹੋ ਰਿਹਾ ਹੈ ਤੇ ਬੜੇ ਲੋਕ ਇਲੈਕਸ਼ਨ 'ਚ ਹਿੱਸਾ ਲੈ ਰਹੇ ਨੇ ਇਸ ਵਾਰੀ। ਤੇ ਮਤਲਬ ਹੈ ਇੱਕ ਉਹ ਬੰਦੇ ਜਿਹੜੇ ਕਹਿੰਦੇ ਆ ਨਾ ਜੀ ਸਾਡੇ ਮੁਕਾਬਲੇ ਤੇ ਜਨਾਬ ਬੰਦਾ ਜ਼ਰੂਰਤ ਹੀ ਕੋਈ ਨਹੀਂ ਕਰਦਾ ਦਰਖਾਸਤ ਦੇਣ ਦੀ, ਤੇ ਸਾਡੇ ਮੁਕਾਬਲੇ ਟਿਕਟ ਦਾ ਮੰਗਣ ਵਾਲਾ ਕੋਈ ਨਹੀਂ, ਤੇ ਅਸੀਂ ਟਿਕਟ ਦੇ ਮੁਹਤਾਜ ਹੀ ਕੋਈ ਨਾ। ਇਸ ਵਾਰੀ ਇੱਕ ਤੇ ਉਹਨਾਂ ਗਰੀਬ ਦਿਆਂ ਬਾਲਾਂ ਨੂੰ ਨੇ ਜਨਾਬ ਉਹ ਅੱਡੀ ਚੋਟੀ ਦਾ ਜ਼ੋਰ ਲਾਣਾ ਪੈ ਰਿਹਾ ਹੈ ਜੀ। ਉਹਨਾਂ ਦਾ ਔਰ ਉਹਨਾਂ ਅੱਗੇ ਹਰ ਬੰਦਾ ਜਿਹੜਾ ਉਮੀਦਵਾਰ ਬਣ ਕੇ ਖਲੋ ਰਿਹਾ, ਆਪਣੀ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ। ਤੇ ਇਸੇ ਤਰ੍ਹਾਂ ਸੂਬਾਈ ਤੇ ਕੌਮੀ 'ਚ ਇਹ ਹਾਲਾਤ ਨੂੰ ਖਾਸ ਤੌਰ 'ਤੇ ਮੇਰੇ ਜਨਾਬ ਐਨ ਏ 61 ਵਿੱਚ ਤੇ PP 26 ਤੇ ਕਮਾਲ ਹੋ ਗਈ। ਅੱਛਾ, ਹੁਣ ਇਹਦੇ 'ਚ ਪੋਜੀਸ਼ਨ ਇਹ ਹੈ ਕਿ ਚੂੰਕਿ ਇਲੈਕਸ਼ਨ ਬੜਾ ਮਤਲਬ ਹੈ ਜ਼ੋਰ ਸ਼ੋਰ ਨਾਲ ਜਾਰੀ ਹੈ ਤੇ ਅਹਿਸਾਸ ਬਣਾਉਂਦਾ ਇਹ ਮੌਕਾ। ਤੁਸੀਂ ਕੋਈ ਜ਼ਰਾ ਸਰ ਵੀ ਗੱਲ ਕਰੋਗੇ ਨਾ ਜਨਾਬ, ਤੇ ਉਹ ਜਿਸ ਨੂੰ ਉਹ ਮੁਤਾਸਰ ਕਰੇਗੀ ਨਾ ਨੈਗੇਟਿਵ ਸਾਈਡ 'ਤੇ, ਉਹ ਤੋਂ ਆਪਣਾ ਦੁਸ਼ਮਣ ਮੰਨਣ ਲੱਗ ਪਵੇਗਾ, ਤੇ ਜਿਹਦੇ ਅੱਗ ਵਿੱਚ ਜਾਏਗੀ ਨਾ ਉਹ ਜਨਾਬ ਉਸ ਵੇਲੇ ਤਾਂ ਰਾਜ਼ੀ ਹੋਏਗਾ, ਦੂਜੇ ਦਿਨ ਉਹ ਨਾਰਾਜ਼ ਹੋ ਜਾਏਗਾ ਕਿ ਤੁਸੀਂ ਉਹਦੇ ਬਾਰੇ ਕੋਈ ਸੱਚੀ ਗੱਲ ਕਰ ਦਿੱਤੀ। ਇਸ ਵਕਤ ਮੈਂ ਜ਼ਿਆਦਾ ਇਸ ਫੈਸਲਾ ਕੀਤਾ ਕਿ ਜਦ ਤੱਕ ਇਲੈਕਸ਼ਨ ਨਹੀਂ ਹੁੰਦੇ ਮੈਂ ਕੋਸ਼ਿਸ਼ ਕਰਾਂ ਕਿ ਇਹ ਸ਼ਖਸੀਅਤ ਨੂੰ ਘੱਟ ਤੋਂ ਘੱਟ ਡਿਸਕਸ ਕਰਾਂ, ਤਾਂ ਕਿ ਉਹ ਇਹ ਗਿਲਾ ਨਾ ਕਰਨ ਕੱਲ ਮੇਰਾ, ਕਿਉਂਕਿ ਸਾਰਿਆਂ ਨਾਲ ਤਲਕ ਵਾਸਤਾ ਹੈ, ਕਿਸੇ ਨਾਲ ਰਿਸ਼ਤੇਦਾਰੀ ਹੈ, ਕਿਸੇ ਨਾਲ ਤਲਕਦਾਰੀ ਹੈ, ਕਿਸੇ ਦੇ ਨਾਲ ਜਨਾਬ ਗਰਾਂਗੋਈ ਹੈ, ਕਿ ਇਹ ਗਿਲਾ ਨਾ ਕਰਨ ਜੀ ਤੁਸੀਂ ਮੇਰਾ ਇਲੈਕਸ਼ਨ ਮੁਤਾਸਰ ਕੀਤਾ ਹੈ ਮਸਲਨ। ਔਰ ਫਿਰ ਮੇਰੀ ਖੁਸ਼ਕਿਸਮਤੀ ਜਾਂ ਬਦਕਿਸਮਤੀ, ਖੁਸ਼ਕਿਸਮਤੀ ਇਹ ਹੈ ਕਿ ਮੇਰੀ ਰਿਸ਼ਤੇਦਾਰੀ ਬੜੀ ਵਸੀ ਹੈ, ਤੇ ਬਦਕਿਸਮਤੀ ਇਹ ਹੈ ਕਿ ਮੈਂ ਜਦੋਂ ਇਲੈਕਸ਼ਨ ਲੜਦਾ ਮੇਰੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦਾ ਹਾਲ ਇਹ ਹੁੰਦਾ ਜਿਸ ਤਰ੍ਹਾਂ ਸੀਰਤ ਅੱਲਾ ਸ਼ਾਹ ਬੁਖਾਰੀ ਰਹਿਮਤੁल्लाह ਕੇ ਅਸੀਂ ਨਾ ਮਜਲ ਮੈਂ ਤਕਰੀਰ ਕਰਦਾ ਤੇ ਸਾਰੇ ਲੋਕ ਆਖਦੇ ਨੇ ਵਾਹ ਸ਼ਾਹ ਜੀ ਵਾਹ, ਜਦੋਂ ਮੈਂ ਜੇਲ੍ਹ ਜਾਂਦਾ ਕਹਿੰਦੇ ਨੇ ਆਹ ਸ਼ਾਹ ਜੀ ਆਹ। ਤਾਂ ਮੇਰੇ ਨਾਲ ਇਹ ਹਾਲ ਹੁੰਦਾ। ਬਹਰਹਾਲ ਇਹ ਹੈ ਕਿ ਮੈਂ ਸਾਰਿਆਂ ਦਾ ਚੂੰਕਿ ਬੜਾ ਇਤਰਾਮ ਹੈ, ਬੜਾ ਲਿਹਾਜ਼ ਹੈ। ਇੱਕ ਤਾਂ ਮੈਂ ਸਾਡੇ ਨਾ ਉੱਥੇ ਪੀਪਲ ਪਾਰਟੀ ਵੱਲੋਂ MP ਦਾ ਇਲੈਕਸ਼ਨ ਲੜੇ ਨੇ, ਚੌਧਰੀ ਨਜ਼ਰ ਹੁਸੈਨ ਐਡਵੋਕੇਟ MPA ਸਾਬਕਾ 2 ਦਫਾ MPA ਬਣੇ ਨੇ। ਉਹ ਉਹਨਾਂ ਦਾ ਨਾਂ ਸਭ ਤੋਂ ਪਹਿਲਾਂ ਕੋਲ ਲਖਿਆਲ ਇੱਕ ਯੂਨੀਕੋਸ ਅਹਿਮਦਾਬਾਦ ਦੇ ਵਿੱਚ ਬਿਜਲੀ ਦੇਣ ਦੀ ਸਕੀਮ ਸੀ, ਮਰਸ਼ਾ ਬੁਖਾਰੀ ਦੀ ਦਾਵਤ ਤੇ ਚੌਧਰੀ ਫਰਕ ਅਲਤਾਫ ਤੇ ਮੈਂ ਗਏ, ਤੇ ਉੱਥੇ ਅਸੀਂ ਜਨਾਬ ਮਤਲਬ ਹੈ ਇਹਨਾਂ ਦਾ ਮੈਂ ਨਾਂ ਤਜਵੀਜ਼ ਕੀਤਾ ਵੀ ਚੌਧਰੀ ਸਾਹਿਬ ਨੂੰ MP ਹੋਣਾ ਚਾਹੀਦਾ, ਰਾਜਾ ਨਾਸਰ ਨਹੀਂ ਹੋਣਾ ਚਾਹੀਦਾ। ਇਹਦੇ ਤਾਂ ਰਾਜਾ ਮੁਸ਼ਤਾਕ ਸ਼ਾਕਰਪੁਰ ਵਾਲੇ ਮਰਹੂਮ ਔਰ ਚੌਧਰੀ ਅਸਲਮ ਮਾਰਤ ਮਰਹੂਮ ਨੇ एहतजाज भी किया बई ये जनाब मतलब राजा नासर वाला फैसला ठीक सी ये गलत। लेकिन अगले दिन चौधरी साहब ने अपने वीलाग में इसका जिक्र नहीं किया। फिर जो लड़ाई जाके पाकिस्तान हाउस लाहौर में लड़ी उन्हें टिकट वास्ते, वो भी एक तारीख दस है। अच्छा, चौधरी साहब चलो सारिया खूबियां जी सैदाना चुननिया चाहिए, जीरक आदमी ने, समझदार ने, बड़े अंदर अपने घर रख लेंदे ने, हौसले वाले ने, ठंडे मिजाज दे ने। लेकिन जो उन्होंने ये क्लेम है ना कि जनाब उन्होंने अपने इकतदार चो गुलो गुलजार ला दिते ने, और उस तो इलावा वो जी हिस्ट्री बयान करते हैं और जो दावे करते हैं उन्होंने मैं कम अज कम मुतमैन नहीं। ये गल दुरुस्त है, वो कह सकते हैं भाई यार बाकी सारे फेल सन, मैं 3rd डिवीजन पास होया, लेकिन वो कहन ना कि नहीं मैं तो यूनिवर्सिटी टॉप की है, तो यह गल कोई नहीं। मैं उन्होंने जो वीलाग ने तो बहुत कुछ कह सकता, लेकिन चौधरी साहब मैं इंशाअल्लाह इलैक्शन तुसीं जित गए तद भी तो हार गए तद भी मैं इस वीलाग का जवाब देंगा। लेकिन इलैक्शन तो बाद वक्त तो पहला मेरे तुसी बहुत ज़्यादा करीबी अजीज़ हो और बड़ा नाजुक या रिश्ता इस वक्त मैं देता है, इस फिलहाल तो जवाब नहीं देंगा। अच्छा, मैं उस तो इलावा ना एक उम्मीदवार ने हाजी नासर लिल्ला साहब, ये लिल्ला के रहने वाले ने, ये साढ़े कबीले मुगल फबरा कबीले के एक मतलब हेडमास्टर रिटायर्ड सूफी मोहम्मद दीन साहब के नवासे और प्रोफैसर जफर इकबाल रिटायर्ड प्रिंसीपल और सबक नाजम यूनियन कौंसल जफर इकबाल फफरा दे भांजे ने, और चौधरी अकबर मरूम सदाबार चेयरमैन दे बेटे ने। और इन्हां दे मतलब है मेरे बड़ी अजीदारी बनती है, और मेरे तो इन्हों का कोई एहसान नहीं। यानी बल्कि यह है कि 1988 जो मैंने IGI का टिकट मिले तो मेरे दड़े और ग्रुप चौंदे इन्होंने चचाजाद भाई मेजर नसरुल्ला ने शदीद एहतजाज किया कि जी क्लास वाइज असी वड्डे लोग हाँ और टिकट लैके आने वाला साढ़े ग्रुप चो मेरा तो मामू छोटा बंदा है,
लिहाजा वो मेरे ही कज़न ब्रिगेडियर असलम ਨੂੰ ਉਹਨਾਂ ਨੇ ਰਿਕਮੈਂਡ ਕੀਤਾ ਔਰ ਮੈਨੂੰ ਟਿਕਟ ਹੋਲਡਰ ਨੂੰ ਇੱਕ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਉਸ ਪ੍ਰੈਸ਼ਰ 'ਚ ਦਸਤਬਰਦਾਰ ਹੋਣਾ ਪਿਆ ਔਰ ਇਹ ਮਤਲਬ ਤਾਂ ਕਿ ਮੈਂ ਇਹ ਵਜ਼ਾਹਤ ਕੀਤੀ ਹੈ ਤਾਂ ਕਿ ਕੋਈ ਬੰਦਾ ਇਹ ਸਮਝੇ ਨਾ ਕਿ ਬਈ ਮੈਂ ਕੋਈ ਉਹਨਾਂ ਦਾ ਮਮਨੂਨ ਇਹਸਾਨ ਹਾਂ ਔਰ ਗੁਜ਼ਸ਼ਤਾ ਇਲੈਕਸ਼ਨ 'ਚ ਅਸਾਂ ਉੱਥੋਂ ਦੀ ਸਾਡੀ ਜਿਹੜੀ ਬਿਰਾਦਰੀ ਦੀ ਹਿੱਲੇ ਦੀ ਉਹਨਾਂ ਦੀ ਸਵਾਰਿਸ਼ ਨਾਲ ਅਸਾਂ ਉਹਨਾਂ ਨੂੰ ਸਪੋਰਟ ਕੀਤਾ ਬਲਕਿ ਉਹਨਾਂ ਨੇ ਨਹੀਂ ਕੀਤਾ ਉਹ ਅਸਾਂ ਨੂਨ ਲੀਗ ਨੂੰ ਵੀ ਕੀਤਾ ਉਹਨਾਂ ਦੇ ਨਾਲ MNA ਨੂੰ ਵੀ ਸਪੋਰਟ ਕੀਤਾ ਇਸ ਵਜ੍ਹਾ ਤੋਂ ਬਾਅਦ ਮੈਂ ਇਹ ਮਜਬੂਰ ਹਾਂ ਹਾਜੀ ਨਾਸਰ ਦੀ ਇਸ ਕਰੈਕਟਰ ਦੀ ਤਾਰੀਫ ਕਰਨ ਤੇ ਕਿ ਜਦੋਂ ਇਹ ਟਿਕਟਾਂ ਦੀ ਲੜਾਈ ਹੋਈ ਹੈ ਨਾ ਤੇ ਹਾਜੀ ਨਾਸਰ ਨੂੰ ਮੇਰੇ ਸਮੇਤ ਬੜਿਆਂ ਲੋਕਾਂ ਆਫਰ ਲਾਈਆਂ ਕਿ ਤੂੰ ਮਤਲੂਬ ਮਹਿਦੀ ਦੇ ਤੇ ਦੂਜੇ ਉਮੀਦਵਾਰਾਂ ਦੇ ਦਰਮਿਆਨ ਮੇਨ ਕੰਪੀਟੀਸ਼ਨ ਜਿਹਨਾਂ ਸੀ ਉਹਨਾਂ ਦੇ ਦਰਮਿਆਨ ਤੂੰ ਨਿਊਟਰਲ ਹੋ ਜਾ ਕਿ ਤਾਂ ਕਿ ਤੇਰਾ ਟਿਕਟ ਜਿਹੜਾ ਉਹ ਖਤਰੇ 'ਚ ਨਾ ਪਵੇ ਲੇਕਿਨ ਮੈਂ ਹਾਜੀ ਨਾਸਰ ਨੂੰ ਦੇਖੋ ਨਾ ਵਫਾਦਾਰੀ ਬਸ਼ਰਤੇ ਉਸਤਵਾਰੀ ਸਲੀਮਾ ਹੈ ਮਰੇ ਬੁਤਖਾਨੇ में तो काबे में गाड़ो ब्राह्मण को ਹਾਜੀ ਨਾਸਰ ਨੂੰ ਬਹਾਰਹਾਲ ਮੈਂ ਇਸ ਮੌਕੇ ਦੇ ਉੱਤੇ ਸਲੂਟ ਮਾਰਦਾ ਔਰ ਉਹਨੂੰ ਸ਼ਾਬਾਸ਼ ਦਿੰਦਾ ਕਿ ਉਹ ਕਾਇਮੋ ਦੈਮ ਰਿਹਾ ਉਹਨੇ ਆਖਿਆ ਕੁਛ ਵੀ ਹੋ ਜਾਏ ਮੈਂ ਕੱਲ ਵੀ ਮਤਲੂਬ ਮਹਿਦੀ ਨਾਲ ਸਾਂ ਅੱਜ ਵੀ ਮਤਲੂਬ ਮਹਿਦੀ ਨਾਲ ਹਾਂ ਆਇੰਦਾ ਵੀ ਮਤਲੂਬ ਮਹਿਦੀ ਨਾਲ ਹੋਵਾਂਗਾ ਇੱਕ ਗੱਲ ਮੈਨੂੰ ਪਸੰਦ ਨਹੀਂ ਮੈਂ ਮਤਲੂਬ ਮਹਿਦੀ ਦੇ ਖਿਲਾਫ ਹਾਂ ਲੇਕਿਨ ਹਾਜੀ ਨਾਸਰ ਦੇ ਇਸ ਸਟੈਂਡ ਇਸ ਮੌਕਫ ਨੂੰ ਇਸ ਗਏ ਗੁਜ਼ਰੇ ਦੌਰ 'ਚ ਮੈਂ ਸਲਾਮ ਕਹਿੰਦਾ ਔਰ ਅੱਛਾ ਇਹ ਸਾਡਾ ਦੋਤਰਾ ਬਣਿਆ ਹੈ ਔਰ ਦੂਜੇ ਪਾਸੇ ਮੇਰਾ ਭਾਈ ਹੈ ਚੌਧਰੀ ਫਜ਼ਲ ਰਹਿਮਾਨ ਇਹ ਸਾਬਕ ਸਦਾਬਾਰ ਨਾਜ਼ਮ ਜਾਂ ਚੇਅਰਮੈਨ ਯੂਨੀਅਨ ਕੌਂਸਲ ਸੋਢੀ ਗੁੱਜਰ ਰੂਡੀ ਪਪਰਾ ਦੇ ਅੱਛਾ ਇਹ ਨਾ ਮੇਰੇ ਸਾਡੀ ਜਿਹੜੀ ਬਰਾਦਰੀ ਹੈ ਨਾ ਇਹਦੇ 'ਚ ਇੱਕ ਬੜਾ ਕੰਪਲੈਕਸ ਹੈ ਅਸੀਂ ਮੁਗਲ ਫਪਰਾ ਕਬੀਲਾ ਜਿਹੜੇ ਆ ਨਾ ਇਹਦੇ 'ਚ ਬੜਾ ਕੰਪਲੈਕਸ ਹੈ ਸਾਡੇ ਜੋ ਦਰਜਾਬੰਦੀਆਂ ਨੇ ਇੱਕ ਤੇ ਸਾਡੇ ਚੋਂ ਜਿਹੜੇ ਸਹੂਵਾਲ ਵਾਲੇ ਤੇ ਡੂਡੀ ਫਪਰੇ ਵਾਲੇ ਨਾ ਇਹ ਕਹਿੰਦੇ ਨੇ ਕਿ ਅਸੀਂ ਸਰਦਾਰ ਹਾਂ ਚੌਧਰੀਆਂ ਤੇ ਜਿਹੜੇ ਬਾਕੀ ਫਪਰੇ ਨੇ ਉਹ ਛੋੜੇ ਫਪਰੇ ਨੇ ਅੱਛਾ ਫਿਰ ਜਿਹੜੇ 7 ਗਿਰਾਨ ਨਾ ਫਪਰਿਆਂ ਦੇ ਜਿਹੜੇ ਯਾਨੀ ਚੱਕ ਤਕਸੀਸ ਫਪਰਾ ਯੂਨੀਕੋ ਇਹ ਜਿਹੜੀ ਉਹ ਫਪਰਾ ਸਟੇਟ ਦਾ ਜਿਹੜਾ ਬੁਨਿਆਦੀ ਏਰੀਆ ਹੈ ਉਹਨਾਂ ਵਿੱਚੋਂ ਜਿਹੜੇ ਅਸੀਂ ਟੁਰ ਆਏ ਹਾਂ ਨਾ ਬਾਹਰ ਕਿਸ ਵੀ ਹਾਲਾਤ ਦੇ ਤਹਿਤ ਜਿਹੜੇ ਉਸ ਸਟੇਟ ਤੋਂ ਬਾਹਰ ਚਲੇ ਗਏ ਹਾਂ ਭਾਵੇਂ ਤਹਿਸੀਲ ਪਿੰਡ 'ਚ ਹੀ ਆਬਾਦ ਹਾਂ ਜੇਲਮ 'ਚ ਆਬਾਦ ਹਾਂ ਚਕਵਾਲ 'ਚ ਆਬਾਦ ਹਾਂ ਜਾਂ ਸਰਗੋਧੇ ਚਲੇ ਗਏ ਹਾਂ ਬੁਲਵਾਲ ਚਲੇ ਗਏ ਹਾਂ ਮੰਡੀ ਬੌਦੀਰ ਚਲੇ ਗਏ ਹਾਂ ਵਿਹਾੜੀ ਚਲੇ ਗਏ ਹਾਂ ਪਿੰਡੀ ਭੱਠੀਆਂ ਚਲੇ ਗਏ ਹਾਂ ਰਾਵਲਪਿੰਡੀ ਚਲੇ ਗਏ ਹਾਂ ਮਤਲਬ ਹੈ ਸ਼ੇਖੂਪੁਰੇ ਚਲੇ ਗਏ ਹਾਂ ਹਫਜ਼ਾਬਾਦ ਚਲੇ ਗਏ ਹਾਂ ਜਿੱਥੇ ਵੀ ਚਲੇ ਗਏ ਗੁਜਰਾਤ ਚਲੇ ਗਏ ਹਾਂ ਉਹਨਾਂ ਦੇ ਬਾਰੇ 'ਚ ਉਹਨਾਂ ਦਾ ਖਿਆਲ ਇਹ ਹੈ ਬਈ ਇਹ ਜਨਾਬ ਉਹਨਾਂ ਨਾਲੋਂ ਇਹ ਬਾਕੀ ਬਪਰੇ ਜਿਹੜੇ ਉੱਤੇ ਲੋਕਰ ਰਹਿ ਗਏ ਉਹ ਆਪਣੇ ਆਪ ਨੂੰ ਸੁਪਰੀਅਰ ਸਮਝਦੇ ਇਸ ਕੰਪਲੈਕਸ ਦੀ ਵਜ੍ਹਾ ਤੋਂ ਕਦੀ ਵੀ ਚੌਧਰੀ ਫਜ਼ਲ ਰਹਿਮਾਨ ਨੇ ਮੈਂ ਜਦੋਂ ਦਾ ਵੀ ਇਲੈਕਸ਼ਨ ਲੜਨ ਲਗਾ ਮਾਦਰ ਮਿਲਤ ਦੇ ਜ਼ਮਾਨੇ ਤੋਂ ਮੈਂ ਸ਼ੁਰੂ ਹੋਇਆ ਤੇ ਅੱਜ ਤੱਕ ਚੌਧਰੀ ਫਜ਼ਲ ਰਹਿਮਾਨ ਜਾਂ ਉਹਨਾਂ ਦੇ ਖਾਨਦਾਨ ਨੇ ਮੇਰੀ ਖੈਰ ਨਹੀਂ ਮੰਗੀ ਇਹ ਵਜ਼ਾਹਤ ਮੈਂ ਇਸ ਵਾਸਤੇ ਕੀਤੀ ਹੈ ਕਿ ਜਿਹੜੀ ਅਗਲੀ ਗੱਲ ਚੌਧਰੀ ਫਰਮਾਨ ਦੇ ਬਾਰੇ ਕਰਨ ਲਗਾ ਕਿ ਉਹਦਾ ਤਰਜਮਾ ਇਹ ਨਾ ਕੀਤਾ ਜਾਏ ਕਿ ਚੂੰਕਿ ਤੁਸੀਂ ਮੇਰੀ ਉਹ ਬਿਰਾਦਰੀ ਦਾ ਬੰਦਾ ਹੈ ਮੇਰੀ ਕੌਮ ਦਾ ਬੰਦਾ ਹੈ ਮੈਂ ਤਾਂ ਤਾਰੀਫ ਕਰ ਰਿਹਾ ਮੈਂ ਉਹਦੇ ਸਟੈਂਡ ਦੀ ਵੀ ਤਾਰੀਫ ਕਰਨ ਤੇ ਮਜਬੂਰ ਹਾਂ ਇਸ ਵਾਸਤੇ ਕਿ ਮੇਰੇ ਬਾਰੇ ਮਸ਼ਹੂਰ ਹੈ ਕਿ ਮੈਂ ਹਰ ਬੰਦੇ ਦਾ ਗਿਲਾ ਕਰਦਾ ਔਰ ਉਹਦੀ ਨੈਗੇਟਿਵ ਉਹਦੇ ਬਾਰੇ ਗੱਲਾਂ ਕਰਦਾ ਉਹਦੀਆਂ ਮਨਫੀ ਪਹਿਲੂ ਬਿਆਨ ਕਰਦਾ ਮੈਂ ਕਦੀ ਕਿਸੇ ਦਾ ਬਸਮਤ ਪਹਿਲੂ ਨਹੀਂ ਬਿਆਨ ਕੀਤਾ ਮੈਂ ਵਜ਼ਾਹਤ ਕਰਨਾ ਚਾਹੁੰਦਾ ਕਿ ਜਿਹਦੇ ਅੰਦਰ ਖੂਬੀ ਹੋਏਗੀ ਮੈਂ ਬਿਆਨ ਕਰਾਂਗਾ ਇਨਸ਼ਾਅੱਲਾ ਔਰ ਕਰਦਾ ਵਾਂ तो फजल रहमान ਦੀ ਮੈਂ ਦਾ ਬਿਆਨ ਇਹ ਕਰਨਾ ਚਾਹੁੰਦਾ ਕਿ ਜਦੋਂ ਜਨਾਬ ਅਸੀਂ ਆਪਣਾ ਫੈਸਲਾ ਕਰਨਾ ਸੀ ਨਾ ਚੌਧਰੀ ਫਰਖ ਇਲਤਾਫ ਦੇ ਦੂਸਰੇ ਟੈਨੋਰ ਦਾ ਜ਼ਿਲ੍ਹਾ ਨਾਜ਼ਮ ਦਾ ਤੇ ਨਾਲ ਤਹਿਸੀਲ ਨਾਜ਼ਮ ਦਾ ਤੇ ਅਸੀਂ ਆਬਦ ਜੁਤਾਣੇ ਨੂੰ ਚੁੱਕੇ ਸੀ ਉਸ ਗਰੁੱਪ ਵਿੱਚੋਂ ਫਰਕ ਦੇ ਗਰੁੱਪ 'ਚ ਆਂਦਾ ਇਸ ਵਜ੍ਹਾ ਤੇ ਅਸੀਂ ਕਿ ਤੈਨੂੰ ਅਸੀਂ ਇਕਤਦਾਰ 'ਚ ਸਾਧਾਂਗੇ ਤੇ ਪਹਿਲਾ ਇਕਤਦਾਰ ਹੀ ਆ ਗਿਆ ਨਾਜ਼ਮ ਤਹਿਸੀਲ ਪਿੰਡਾਨ ਖਾਨ ਦਾ ਤੇ ਅਸੀਂ ਉਹਨੂੰ ਉਮੀਦਵਾਰ ਬਣਾਇਆ ਜਿਹਨੂੰ ਉਮੀਦਵਾਰ ਬਣਾਇਆ ਤੇ ਸ਼ਦੀਦ ਰੱਦ-ਏ-ਅਮਲ ਹੋਇਆ ਔਰ ਇਸ ਰੱਦ-ਏ-ਅਮਲ ਦੇ ਵਿੱਚ ਮੇਨ ਰੋਲ ਜਿਹੜਾ ਸੀ ਉਹ ਚੌਧਰੀ ਨਜ਼ਰ ਦਾ ਤੇ ਚੌਧਰੀ ਇਫਤਖਾਰ ਖੋਤੀਆਂ ਵਾਲਾ ਸੀ ਤੇ ਉਹਨਾਂ ਦਾ ਇੱਕ ਧੜਾ ਤੇ ਗਰੁੱਪ ਤੇ ਨਾਜ਼ਮ ਜਿਹੜੇ ਸਨ ਸਾਰੇ ਯਾਨੀ ਮੇਰੀ ਬਰਾਦਰੀ ਜਾਂ ਮੇਰਾ ਇਲਾਕਾ ਜਾਂ ਮੇਰੇ ਦੋਸਤ ਤਲਕ ਵਾਲੇ ਉਹਨਾਂ ਨੇ ਇਕੱਠ ਕੀਤਾ ਚੌਧਰੀ ਨਜ਼ਰ ਦੇ ਘਰ ਤੇ ਉੱਥੇ ਇਹਨਾਂ ਨੇ ਨਾ ਮਤਲਬ ਇੱਕ ਹਲਫ ਚੁੱਕਿਆ ਕਿ ਬਈ ਜਨਾਬ ਅਸੀਂ ਮੁਤਹਿਦ ਰਹਿਣਾ ਅਗਰ ਇਫਤਖਾਰ ਖੋਤੀ ਨੂੰ ਨਾ ਤਹਿਸੀਲ ਨਾਜ਼ਮ ਬਣਾਇਆ ਗਿਆ ਤੇ ਅਸੀਂ ਆਬਦ ਜੁਤਾਣੇ ਨੂੰ ਵੋਟ ਨਹੀਂ ਦੇਣੇ ਭਾਵੇਂ ਫਰਕ ਇਲਤਾਫ ਵੀ ਕਵੇ ਔਰ ਇਤਨਾ ਉਹ ਇਤਾਦ ਜਿਹੜਾ ਉਹਦਾ ਪ੍ਰੈਸ਼ਰ ਪਿਆ ਕਿ ਖੁਦ ਚੌਧਰੀ ਅਸ਼ਰਫ ਮਰਹੂਮ ਨੇ ਆਬਦ ਜੁਤਾਣੇ ਦੇ ਵਾਲਦ ਨੇ ਮੈਨੂੰ ਤੇ ਚੌਧਰੀ ਫਰਕ ਇਲਤਾਫ ਨੂੰ ਕਿਹਾ ਕਿ ਯਾਰ ਰਹਿਣ ਦਿਓ ਅਸੀਂ ਕੱਲ MP ਦਾ ਇਲੈਕਸ਼ਨ ਲੜ ਲਵਾਂਗੇ ਤੁਸੀਂ ਇਹਨਾਂ ਨੂੰ ਤਹਿਸੀਲ
ਲਾਜ਼ਮੀ ਦਿਓ। ਤੇ ਮੈਂ ਫਰਕ ਨੂੰ ਕਿਹਾ ਕਿ ਔਰ ਫਰਕ ਦੀ ਸ਼ਖਸੀਅਤ 'ਚ ਇੱਕ ਖੂਬੀ ਹੈ ਕਿ ਫਰਕ ਸਟੈਂਡ ਲੈਣ ਵਾਲਾ ਬੰਦਾ ਹੈ। ਮੈਂ ਪੀਟੀਆਈ ਦਾ ਮੈਂ ਜਿਹੜਾ ਫਰਕ ਤੇ ਗੱਲ ਬਿਆਨ ਕਰਦਾ ਤੇ ਮੇਰੇ ਆਪਣੇ ਪੀਟੀਆਈ ਵਾਲੇ ਦੋਸਤ ਜਿਹੜੇ ਨਾ ਹੈ ਜੀ ਉਹ ਫਿਰ ਗਿਲਾ ਕਰਨ ਲੱਗ ਪੈਂਦੇ ਨੇ ਵੀ ਜਨਾਬ ਉਹ ਇਹ ਫਰਕ ਨੂੰ ਤਾਰੀਫ ਕਰਦਾ। ਉਹ ਬਈ ਯਾਰ ਕਿਸੇ 'ਚ ਕੋਈ ਖੂਬੀ ਹੋਵੇ ਤਾਂ ਬਿਆਨ ਕਰਨੀ ਚਾਹੀਦੀ ਹੈ। ਬਲਕਿ ਇਹ ਤਾਂ ਬਹਾਦਰੀ ਹੈ ਕਿ ਮੁਖਾਲਫ ਬੰਦਾ ਜਿਹੜਾ ਉਹਦੀ ਬੰਦਾ ਤਾਰੀਫ ਕਰੇ। ਸਾਡੀ ਤਾਂ ਤਾਰੀਖ ਹੈ ਕਿ ਸਲਾਹੁਦੀਨ ਅਯੂਬੀ ਨੇ ਆਪਣੇ ਮੱਦੇ ਮੁਕਾਬਲ ਜਰਨੈਲ ਜਿਹੜਾ ਸੀ ਈਸਾਈ ਉਹਦੇ ਹੱਥ 'ਚੋਂ ਤਲਵਾਰ ਡਿੱਗ ਪਈ, ਉਹ ਘੋੜੇ ਤੋਂ ਡਿੱਗ ਪਿਆ, ਉਹਨੂੰ ਤਲਵਾਰ ਵੀ ਦਿੱਤੀ, ਉਹਨੂੰ ਘੋੜਾ ਵੀ ਦਿੱਤਾ, ਫਿਰ ਉਹਦੇ ਨਾਲ ਮੁਕਾਬਲਾ ਕੀਤਾ। ਇਸ ਵਾਸਤੇ ਆਪਣੇ ਮੁਖਾਲਫ ਦੀ ਤਾਰੀਫ ਕੀ ਕਰਨਾ, ਅਗਰ ਉਹ ਤਾਰੀਫ ਤੇ ਕਾਬਲ ਹੋਵੇ ਤੇ ਬਹਾਦਰੀ ਹੁੰਦੀ ਹੈ। ਤੇ ਉਹ ਫਰਕ ਜਿਹਾ ਸਟੈਂਡ ਲੈਣਾ ਬੰਦਾ ਵੀ ਜਿਹੜਾ ਨਾ ਉਹ ਕਮਜ਼ੋਰੀ ਦਿਖਾਉਣ ਤੇ ਮਜਬੂਰ ਹੋ ਗਿਆ ਕਿ ਬਈ ਚਲੋ ਯਾਰ ਕੰਪਰੋਮਾਈਜ਼ ਕਰ ਜਾਂਦੇ ਹਾਂ। ਤੇ ਮੈਂ ਮਸ਼ਵਰਾ ਦਿੱਤਾ ਕਿਉਂਕਿ ਇਸ ਧੜੇ ਦਾ ਮੈਂ ਇੱਕ ਕਿਸਮ ਦਾ ਬਜ਼ੁਰਗ ਸਾਂ, ਸਿਆਸਤਦਾਨ ਸਾਂ, ਐਡਵਾਈਜ਼ਰ ਸਾਂ। ਤੇ ਮੈਂ ਉਹਨਾਂ ਨੇ ਕਿਹਾ ਕਿ ਯਾਰ ਗੱਲ ਹੈ ਕਿ ਅਗਰ ਤੁਸੀਂ ਆਹ ਰੀਟ ਕਰੋਗੇ ਨਾ ਤੇ ਜਿਹੜੀ ਇਹ ਫੌਜਾਂ ਬੈਕ ਮਾਰਦੀਆਂ ਨੂੰ ਫਿਰ ਮਾਰ ਹੀ ਜਾਂਦੀਆਂ, ਆਪਣੇ ਫੈਸਲੇ ਸਟੈਂਡ ਲਓ। ਉਹਨੇ ਕਿਹਾ ਯਾਰ ਬੰਦੇ ਦੀ ਬਗਾਵਤ ਹੋ ਜਾਏਗੀ। ਮੈਂ ਕਿਹਾ ਇੱਕ ਨੂੰ ਅਲੱਗ-ਅਲੱਗ ਬੁਲਾਓ, ਸਾਰੇ ਤੁਹਾਡਾ ਕਹਿਣਾ ਮੰਨ ਜਾਣਗੇ। ਔਰ ਉਹਨਾਂ ਸਾਰਿਆਂ ਨੇ ਬੁਲਾਇਆ ਇੱਕ ਨਾਜ਼ਮ ਨੂੰ ਗਵਰਨਰ ਹਾਊਸ, ਔਰ ਉੱਥੇ ਉਹਨਾਂ ਕੋਲ ਪੁੱਛਿਆ। ਉਹਨਾਂ ਕਿਹਾ ਜੀ ਇਹ ਫੈਸਲਾ ਤੁਸੀਂ ਕੀਤਾ ਵੈ, ਇਤਾਦ ਵੀ ਕੀਤਾ ਵੈ, ਹਲਫ ਵੀ ਚੁੱਕਿਆ ਵੈ, ਚੌਧਰੀ ਸਾਹਿਬ ਤੁਹਾਡੇ ਤੋਂ ਅੱਗੇ ਕੋਈ ਸ਼ੈ ਨਹੀਂ, ਜੋ ਤੁਸੀਂ ਕਹੋਗੇ ਅਸੀਂ ਮੰਨ ਜਾਵਾਂਗੇ। ਔਰ ਉੱਥੇ ਫਜ਼ਲ ਰਹਿਮਾਨ ਚੌਧਰੀ ਫਜ਼ਲ ਰਹਿਮਾਨ ਪਪਰਾ ਡੁੱਡੀ ਪਪਰਾ ਉਹਨੇ ਇਹ ਸਟੈਂਡ ਲਿਆ। ਉਹਨੇ ਆਖਿਆ ਚੌਧਰੀ ਫਰਕ ਸਾਹਿਬ ਮੈਂ ਹਲਫ ਦਿੱਤਾ ਹੈ ਚੌਧਰੀ ਨਜ਼ਰ ਦੇ ਘਰ, ਅਗਰ ਇਫਤਖਾਰ ਖੋਤੀ ਨੇ ਇਲੈਕਸ਼ਨ ਲੜਿਆ ਉਹਦਾ ਇੱਕ ਵੀ ਵੋਟ ਹੋਏਗਾ ਤਾਂ ਮੈਂ ਉਹਨੂੰ ਵੋਟ ਪਾਵਾਂਗਾ। ਹਾਂ ਉਹ ਕੈਂਡੀਡੇਟ ਨਹੀਂ ਬਣਦਾ, ਤੁਹਾਡਾ ਕੰਪਰੋਮਾਈਜ਼ ਕਰ ਜਾਂਦਾ, ਫਿਰ ਤੁਸੀਂ ਸਾਡੇ ਲੀਡਰ ਹੋ, ਜੋ ਕਹੋਗੇ ਮੈਂ ਕਰਾਂਗਾ। ਔਰ ਬਾਅਦ 'ਚ ਇਫਤਖਾਰ ਖੋਤੀ ਨੇ ਆਪਣੇ ਭਾਈ ਜਿਹੜਾ ਨੈਬ ਨਾਜ਼ਮ ਬਣਵਾ ਰਿਹਾ ਇਨਸਾਰ ਨੂੰ, ਔਰ ਕੰਪਰੋਮਾਈਜ਼ ਹੋ ਗਈ, ਸੁਲਹ ਹੋ ਗਈ, ਆਬਦ ਜੁਤਾਣਾ ਚੇਅਰਮੈਨ ਬਣ ਗਿਆ। ਲੇਕਿਨ ਉਸ ਬੰਦੇ ਦਾ ਕਰੈਕਟਰ ਜਿਹੜਾ ਨਾ ਜੀ ਉਸ ਨੂੰ ਵੀ ਮੈਂ ਸਲੂਟ ਕਰਦਾ। ਤੇ ਹੁਣ ਇਹ ਮੌਕਾ ਆ ਰਿਹਾ, ਫਿਰ ਅਸੀਂ ਤੇ ਆਪਣਾ ਸਾਡਾ ਤਾਂ ਕੋਈ ਬਈ ਦਾਵਾ ਨਹੀਂ ਹੈਗਾ, ਅਸੀਂ ਤੇ ਮਤਲਬ ਕਮਜ਼ੋਰ ਲੱਗਵਾ, ਲੇਕਿਨ ਇਹ ਮੌਕਾ ਆ ਰਿਹਾ ਹਰ ਬੰਦੇ ਦੇ ਆਪਣੇ ਕਿਰਦਾਰ ਦਾ ਮੁਜ਼ਾਹਰਾ ਕਰਨ ਦਾ ਕਿ ਉਹ ਕੀ ਕਰਦਾ ਹੈ। ਤੇ ਮਤਲਬ ਕਿਆ ਚੌਧਰੀ ਨਜ਼ਰ ਆ ਹਰ ਬੰਦਾ ਕਾਬਲੀਅਤ ਦਾ ਮੁਜ਼ਾਹਰਾ ਕਰਦਾ ਜਾਂ ਫੁਆਦਾਰ ਉਸਤਾਦੀ ਦਾ ਕਰਦਾ, ਜਾਂ ਮਤਲਬ ਹੈ ਹਾਜੀ ਨਾਸਰ ਆਰ ਤੇ ਫਜ਼ਲ ਰਹਿਮਾਨ ਨਾਲ ਮਤਲਬ ਕਿਰਦਾਰ ਦਾ ਕਰਦਾ। ਉਹ ਔਰ ਜਿਹੜੇ ਕਿਰਦਾਰ ਦਾ ਲੋਕ ਮੁਜ਼ਾਹਰਾ ਕਰਦੇ ਨੇ ਉਹ ਉਹਨਾਂ ਦੇ ਬਾਰੇ 'ਚ ਫਿਰ ਮਤਲਬ ਹੈ ਗਾਲਬ ਵੀ ਕਹਿ ਹੀ ਗਿਆ ਨਾ कि वफादारी बशर्ते उस्तवारी असल ईमान है, मरे बुतखाने में तो काबे में गाड़ो बरामन को।